स्वागत है जी फिर तो आप सारे ਸਰੋਤਿਆਂ ਦਾ ਮੇਰੇ YouTube ਚੈਨਲ ਤੇ। ਅੱਜ ਫਿਰ ਆਪ ਸਾਰਿਆਂ ਦੇ ਸਾਹਮਣੇ ਇੱਕ ਨਵੀਂ ਵੀਡੀਓ ਨਵੀਂ ਵਿਚਾਰ ਲੈ ਕੇ ਹਾਜ਼ਰ ਹੋਏ ਆ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਦੋਸਤੋ, ਥੋੜੇ ਹੀ ਦਿਨ ਹੋਏ ਨੇ ਅਜੇ ਲਖੀਮਪੁਰ ਖੇੜੀ ਦੇ ਵਿੱਚ ਕਿਸਾਨਾਂ ਦੇ ਕਤਲੇਆਮ ਦੀ ਦੁਖਦਾਈ ਘਟਨਾ ਨੂੰ ਵਾਪਰਿਆ ਹੋਇਆ। ਉਸ ਤੋਂ ਥੋੜੇ ਹੀ ਦਿਨ ਬਾਅਦ 7 ਅਕਤੂਬਰ ਦਿਨ ਵੀਰਵਾਰ ਨੂੰ ਦਿੱਲੀ ਦੇ ਨਾਇਰਾਣਾ ਬਿਹਾਰ ਦੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਇੱਕ ਹੋਰ ਬੜੀ ਦੁਖਦਾਈ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰਦੀ ਹੈ, ਜਿਸ ਘਟਨਾ ਨੇ ਚਾਪਲੂਸੀ ਦੇ ਮਾਮਲੇ ਦੇ ਵਿੱਚ, ਮੋਦੀ ਦੀਆਂ ਚੱਪਲਾਂ ਚੱਟਣ ਦੇ ਮਾਮਲੇ ਦੇ ਵਿੱਚ ਗੋਦੀ ਮੀਡੀਆ ਨੂੰ ਵੀ ਮਾਤ ਪਾ ਦਿੱਤੀ ਹੈ। 7 ਅਕਤੂਬਰ ਦਿਨ ਵੀਰਵਾਰ ਨੂੰ ਕੁਝ ਸਿੱਖੀ ਭੇਸ ਵਾਲੇ ਮੋਦੀ ਭਗਤਾਂ ਵੱਲੋਂ ਦਿੱਲੀ ਦੇ ਨਾਰਾਇਣਾ ਵਿਹਾਰ ਦੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਸ ਦੀ ਲੰਮੀ ਆਯੂ ਚੜ੍ਹਦੀ ਕਲਾ ਦੇ ਲਈ ਇੱਕ ਅਰਦਾਸ ਦਾ ਸਮਾਗਮ ਰੱਖ ਕੇ ਇੱਕ ਵਾਰ ਫਿਰ ਕਿਸਾਨਾਂ ਦੇ ਜ਼ਖਮਾਂ ਦੇ ਉੱਪਰ ਨਮਕ ਛਿੜਕਣ ਦਾ ਘਟੀਆ ਕਾਰਾ ਕੀਤਾ ਗਿਆ ਹੈ। ਜਦੋਂ ਇਸ ਸਬੰਧ ਵਿੱਚ ਉੱਥੋਂ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਚਰਨਬੀਰ ਸਿੰਘ ਭਾਟੀਆ ਨੂੰ ਸਵਾਲ ਕੀਤੇ ਗਏ ਤਾਂ ਉਸ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਆਪਣੇ ਬਚਾਅ ਦੇ ਲਈ ਸਪਸ਼ਟੀਕਰਨ ਦੇ ਵਿੱਚ ਦੋ ਗੱਲਾਂ ਕਹੀਆਂ ਸਨ, ਭਾਵੇਂ ਕਿ ਬਾਅਦ ਵਿੱਚ ਉੱਥੋਂ ਦੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਚਰਨਬੀਰ ਸਿੰਘ ਭਾਟੀਆ ਨੇ ਆਪਣੀ ਗਲਤੀ ਨੂੰ ਕਬੂਲਿਆ ਵੀ ਹੈ ਅਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਾ ਕੇ ਉਹਨਾਂ ਨੇ ਸਿੱਖ ਕੌਮ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਹੈ। ਪਰ ਫਿਰ ਵੀ ਜਿਹੜੀਆਂ ਦੋ ਗੱਲਾਂ ਉਹਨਾਂ ਨੇ ਆਪਣੇ ਬਚਾਅ ਦੇ ਲਈ ਕਹੀਆਂ ਨੇ, ਉਹਨਾਂ ਦੋਹਾਂ ਗੱਲਾਂ ਨੂੰ ਆਪਾਂ ਗੁਰਬਾਣੀ ਅਤੇ ਇਤਿਹਾਸ ਦੇ ਨਜ਼ਰੀਏ ਤੋਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਨੀ। पर बीइंग ए मैनेजमेंट गुरुद्वारा मैनेजमेंट इस गुरुद्वारा साहब के अंदर मैं सारे कोई भी इस गुरुद्वारा साहब की अरदास करन आएगा उन्होंने मना नहीं किया जा सकता, ना कोई करेगा। मैं कोई ऐसा गलत काम ना करना वा ते ना किसी को करन दियांगा। ਦੋਸਤੋ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਦੁਆਰੇ ਦੇ ਵਿੱਚ ਹਰੇਕ ਦੀ ਅਰਦਾਸ ਹੋ ਸਕਦੀ ਹੈ, ਕਿਸੇ ਨੂੰ ਵੀ ਮਨਾ ਨਹੀਂ ਕੀਤਾ ਜਾ ਸਕਦਾ। ਗੱਲ ਇਹਨਾਂ ਦੀ ਠੀਕ ਹੈ, ਪਰ ਅਸਲ ਦੇ ਵਿੱਚ ਇਹਨਾਂ ਨੇ ਗਲਤ ਰੂਪ ਦੇ ਵਿੱਚ ਅਰਦਾਸ ਦੇ ਸੰਕਲਪ ਨੂੰ ਵਰਤਿਆ ਹੈ। ਅਰਦਾਸ ਦੇ ਸੰਕਲਪ ਨੂੰ ਸਹੀ ਰੂਪ ਵਿੱਚ ਨਾ ਸਮਝਿਆ ਹੈ ਤੇ ਨਾ ਇਹਨਾਂ ਨੇ ਸਹੀ ਰੂਪ ਦੇ ਵਿੱਚ ਵਰਤਿਆ ਹੈ। ਜੇ ਅਰਦਾਸ ਦੇ ਸੰਕਲਪ ਨੂੰ ਸਹੀ ਰੂਪ ਦੇ ਵਿੱਚ ਸਮਝਣਾ ਹੈ ਕਿ ਕਿਵੇਂ ਹਰੇਕ ਦੀ ਅਰਦਾਸ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਸਕਦੀ ਹੈ, ਤਾਂ ਸਾਨੂੰ ਪਹਿਲਾਂ ਬਾਣੀ ਦਾ ਆਸਰਾ ਲਏਗਾ। ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹਰਨਾਖਸ਼ ਦੀ ਗੱਲ ਵੀ ਕੀਤੀ ਹੈ, ਦੂਜੇ ਪਾਸੇ ਪ੍ਰਹਿਲਾਦ ਦੀ ਗੱਲ ਵੀ ਕੀਤੀ ਹੈ, ਇੱਕ ਪਾਸੇ ਹੰਕਾਰੀਆਂ ਨਿੰਦਕਾਂ ਦੀ ਗੱਲ ਵੀ ਪਾਤਸ਼ਾਹ ਜੀ ਨੇ ਕੀਤੀ ਹੈ, ਦੂਜੇ ਪਾਸੇ ਗੁਰੂ ਪਿਆਰਿਆਂ ਦੀ ਗੱਲ ਵੀ ਕੀਤੀ ਹੈ, ਇੱਕ ਪਾਸੇ ਪਾਤਸ਼ਾਹ ਜੀ ਨੇ ਧਰਮੀਆਂ ਦੀ ਗੱਲ ਵੀ ਕੀਤੀ ਹੈ, ਦੂਜੇ ਪਾਸੇ ਪਾਪੀਆਂ ਦੀ ਗੱਲ ਵੀ ਕੀਤੀ ਹੈ। ਪਰ ਦੋਹਾਂ ਦੇ ਲਈ ਅਰਦਾਸ ਦਾ ਰੂਪ, ਸ਼ਬਦ ਦਾ ਰੂਪ, ਉਪਦੇਸ਼ ਦੋਹਾਂ ਦੇ ਲਈ ਪਾਤਸ਼ਾਹ ਜੀ ਨੇ ਵੱਖਰਾ ਕੀਤਾ ਹੈ। ਜਿੱਥੇ ਹਰਨਾਖਸ਼ ਦੀ ਗੱਲ ਆਏਗੀ ਉੱਥੇ ਪਾਤਸ਼ਾਹ ਜੀ ਨੇ ਇਹ ਸ਼ਬਦ ਵਰਤਨੇ, ਹਰਨਾਖਸ਼ ਦੁਸ਼ਟ ਹਰ ਮਾਰਿਆ। ਜਿੱਥੇ ਅਹੰਕਾਰੀਆਂ ਨਿੰਦਕਾਂ ਦੀ ਗੱਲ ਆਏਗੀ ਉੱਥੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਜਿੱਥੇ ਪਾਪੀਆਂ ਦੀ ਗੱਲ ਆਏਗੀ ਉੱਥੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਹੈ, ਪਾਪੀ ਕੋ ਦੰਡ ਦਿਓਏ। ਜਿੱਥੇ ਫਿਰ ਪ੍ਰਹਿਲਾਦ ਦੀ ਗੱਲ ਆਏਗੀ ਉੱਥੇ ਇਹ ਗੱਲ ਕਹੀ ਹੈ, ਪ੍ਰਹਿਲਾਦ ਤਰਾਇਆ। ਜਿੱਥੇ ਗੁਰੂ ਪਿਆਰਿਆਂ ਦੀ ਗੱਲ ਹੋਈ ਹੈ ਉੱਥੇ ਇਹ ਗੱਲ ਕਹੀ ਹੈ, ਪਾਤਸ਼ਾਹ ਜੀ ਨੇ ਨਾਮ ਦਿਓ ਮੁਖ ਲਾਇਆ। ਜਿੱਥੇ ਫਿਰ ਧਰਮੀਆਂ ਦੀ ਗੱਲ ਕੀਤੀ ਹੈ ਉੱਥੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਨੇ, ਜੈਕਾਰ ਕੀਓ ਧਰਮੀਆਂ ਕਾ। ਜੇ ਅਰਦਾਸ ਦੇ ਸਹੀ ਰੂਪ ਨੂੰ ਸਮਝਣਾ ਹੈ ਤਾਂ ਇਤਿਹਾਸ ਦੀ ਘਟਨਾ ਨੂੰ ਸਮਝ ਲਈਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਵੀ ਠਹਿਰੇ ਨੇ, ਦੂਜੇ ਪਾਸੇ ਮਲਕ ਭਾਗੋ ਦੇ ਘਰ ਵੀ ਗਏ ਨੇ, ਪਰ ਭਾਈ ਲਾਲੋ ਦੇ ਘਰ ਦੀ ਰੁੱਖੀ ਸੁੱਖੀ ਖਾ ਕੇ ਉਹਨਾਂ ਨੇ ਰੱਬ ਦਾ ਸ਼ੁਕਰ ਕੀਤਾ ਹੈ, ਭਾਈ ਲਾਲੋ ਦੇ ਲਈ ਚੜ੍ਹਦੀ ਕਲਾ ਦੇ ਬਚਨ ਕਹੇ ਨੇ। ਪਰ ਦੂਜੇ ਪਾਸੇ ਜਦੋਂ ਮਲਕ ਭਾਗੋ ਦੇ ਘਰ ਗਏ ਨੇ ਤਾਂ ਉਸ ਦੇ ਘਰ ਦੇ 36 ਪਦਾਰਥਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਥ ਤੱਕ ਨਹੀਂ ਲਾਇਆ ਏ ਅਤੇ ਇਹ ਸੱਚ ਬਿਆਨ ਕੀਤਾ ਏ ਕਿ ਭਲਿਆ ਤੇਰੇ ਪਦਾਰਥਾਂ ਦੇ ਅੰਦਰ ਤਾਂ ਗਰੀਬਾਂ ਦਾ ਖੂਨ ਹੈ।
ਤੂੰ ਤਾਂ ਪਰਾਇਆ ਹੱਕ ਮਾਰ ਕੇ ਗਰੀਬਾਂ ਦਾ ਖੂਨ ਚੂਸ ਕੇ ਇਹ ਬ੍ਰਹਮ ਭੋਜ ਕਰ ਰਿਹਾ ਏ। ਤੇਰੇ ਛੱਤੀ ਪਦਾਰਥ ਮੈਨੂੰ ਪ੍ਰਵਾਨ ਨਹੀਂ ਹੈ। ਤੇਰੀ ਚੜ੍ਹਦੀ ਕਲਾ ਦੇ ਲਈ ਮੇਰੇ ਮੂੰਹ ਦੇ ਵਿੱਚੋਂ ਬਚਨ ਨਹੀਂ ਨਿਕਲਣਗੇ, ਕਿਉਂਕਿ ਇਹ ਤਾਂ ਚਾਪਲੂਸੀ ਹੈ, ਇਹ ਤਾਂ ਅਧੀਨਗੀ ਸਵੀਕਾਰ ਕਰਨ ਵਾਲੀ ਹੈ, ਇਹ ਤਾਂ ਸੱਚ ਨੂੰ ਅੱਖੋਂ ਪਰੋਖੇ ਕਰਨ ਵਾਲੀ ਗੱਲ ਹੋ ਜਾਏਗੀ। ਇਸੇ ਤਰ੍ਹਾਂ ਜੇ ਸੱਚ ਨੂੰ ਸਾਹਮਣੇ ਰੱਖ ਕੇ ਅਰਦਾਸ ਦੇ ਸਹੀ ਸਰੂਪ ਨੂੰ, ਸੰਕਲਪ ਨੂੰ ਸਮਝਿਆ ਜਾਏ ਤਾਂ ਇੱਥੇ ਵੀ ਇਹ ਗੱਲ ਲਾਗੂ ਹੋਏਗੀ ਕਿ ਇੱਕ ਪਾਸੇ ਕਿਸਾਨ ਨੇ ਜੋ ਆਪਣੇ ਹੱਕਾਂ ਦੇ ਲਈ 1 ਸਾਲ ਤੋਂ ਜ਼ਿਆਦਾ ਲੰਮਾ ਸਮਾਂ ਸੰਘਰਸ਼ ਕਰ ਰਹੇ ਨੇ। ਕਈ ਸੈਂਕੜੇ ਕਿਸਾਨ ਆਪਣੀਆਂ ਬੇਕਸੂਰ ਜਾਨਾਂ ਗਵਾ ਬੈਠੇ ਨੇ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜੋ ਪ੍ਰਧਾਨ ਮੰਤਰੀ ਦੀ ਉੱਚੀ ਕੁਰਸੀ ਤੇ ਬੈਠਾ ਹੋਇਆ ਏ, ਪਰ ਉਹ ਇਹਨਾਂ ਕਿਸਾਨਾਂ ਦੇ ਖੂਨ ਦੇ ਨਾਲ, ਜਾਨਾਂ ਦੇ ਨਾਲ ਹੱਥ ਧੋ ਕੇ ਵੀ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਰਿਹਾ ਏ। ਉਸ ਨੂੰ ਅਜੇ ਤੱਕ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਨਹੀਂ ਹੋਇਆ ਏ, ਜੋ ਆਪਣੀ ਕੁਰਸੀ ਦੇ ਹੰਕਾਰ ਦੇ ਨਸ਼ੇ ਦੇ ਵਿੱਚ ਬਿਲਕੁਲ ਮਸਤ ਹੈ। ਹੁਣ ਇੱਥੇ ਜੇਕਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਖੁਦ ਆਪ ਹੋਣ ਤਾਂ ਕਿਸ ਪਾਸੇ ਦੀ ਚੜ੍ਹਦੀ ਕਲਾ ਅਰਦਾਸ ਕਰਨਗੇ? ਕਿਸ ਪਾਸੇ ਦੀ ਚੜ੍ਹਦੀ ਕਲਾ ਦੇ ਬੋਲ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਣਗੇ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਸਾਨਾਂ ਵੱਲ ਖੜੇ ਹੋਣਗੇ ਜੋ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ। ਦੂਜੇ ਪਾਸੇ ਮੋਦੀ ਦੀ ਚੜ੍ਹਦੀ ਕਲਾ ਦੇ ਲਈ ਬੋਲ ਕਦੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖ ਦੇ ਵਿੱਚੋਂ ਨਹੀਂ ਨਿਕਲਣਗੇ, ਕਿਉਂਕਿ ਉਹ ਹੰਕਾਰੀ ਹੈ। ਉਸਨੇ ਕਈ ਗਰੀਬ ਕਿਸਾਨਾਂ ਦਾ ਖੂਨ ਚੂਸ ਲਿਆ ਏ, ਪਰ ਅਜੇ ਤੱਕ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਕੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਏ। ਉਹ ਅਜੇ ਵੀ ਆਪਣੇ ਹੰਕਾਰ ਤੇ ਅੜਿਆ ਹੋਇਆ ਏ। ਹੁਣ ਅਰਦਾਸ ਦਾ ਸਰੂਪ ਗਲਤ ਅਰਥਾਂ ਦੇ ਵਿੱਚ, ਗਲਤ ਰੂਪ ਦੇ ਵਿੱਚ ਬਿਆਨ ਕੀਤਾ ਗਿਆ ਏ। ਅਰਦਾਸ ਦੇ ਸੰਕਲਪ ਨੂੰ ਗਲਤ ਭਾਵਨਾ ਦੇ ਨਾਲ ਬਿਆਨ ਕੀਤਾ ਗਿਆ ਏ, ਜਿਸ ਕਰਕੇ ਇੱਥੇ ਇਹ ਕਹਿਣਾ ਪਏਗਾ ਕਿ ਅਸਲ ਦੇ ਵਿੱਚ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਵੀ ਅਰਦਾਸ ਦੇ ਸੰਕਲਪ ਨੂੰ ਸਮਝਣ ਤੋਂ ਵੀ ਹੋਣਾ ਏ। ਸੱਚ ਨੂੰ ਅੱਖੋਂ ਪਰੋਖੇ ਕਰਕੇ ਉਹ ਸਿਰਫ ਆਪਣੇ ਨਿੱਜ ਦੇ ਲਈ, ਆਪਣੇ ਸਵਾਰਥ ਦੇ ਲਈ ਉਸਨੇ ਇਹ ਸਾਰਾ ਕੁਝ ਕੀਤਾ ਏ। ਇੱਥੇ ਬਾਬਰ ਨੂੰ ਗੁਰੂ ਘਰ ਦੇ ਅੰਦਰ ਇਹ ਬਚਨ ਤਾਂ ਕਹੇ ਜਾਂਦੇ ਨੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਪਰ ਉਸ ਦੀ ਲੰਮੀ ਆਯੂ ਦੇ ਲਈ, ਚੜ੍ਹਦੀ ਕਲਾ ਦੇ ਲਈ ਆਪਾਂ ਨੂੰ ਬਾਣੀ ਦੇ ਵਿੱਚੋਂ ਕੋਈ ਬੋਲ ਨਹੀਂ ਲੱਭਣਗੇ। ਇੱਥੇ ਇਹ ਤਾਂ ਕਹਿਣਾ ਪਏਗਾ, ਪਾਪੀਆਂ ਨੂੰ ਸੋਧਾ ਲਾਉਣ ਦੀ ਗੱਲ ਤਾਂ ਹੋਏਗੀ, ਪਾਪੀਆਂ ਨੂੰ, ਹੰਕਾਰੀਆਂ ਨੂੰ ਉਹਨਾਂ ਦੇ ਹੰਕਾਰ ਦਾ ਅਹਿਸਾਸ, ਗਲਤੀਆਂ ਦਾ ਅਹਿਸਾਸ ਕਰਾਉਣ ਦੀ ਗੱਲ ਤਾਂ ਹੋਏਗੀ, ਪਰ ਇੱਥੇ ਉਹਨਾਂ ਹੰਕਾਰੀਆਂ ਦੇ ਪੱਖ ਦੇ ਵਿੱਚ ਖੜੋਣ ਦੀ ਗੱਲ ਨਹੀਂ ਹੋਏਗੀ। ਮੋਦੀ ਦੇ ਲਈ ਚੜ੍ਹਦੀ ਕਲਾ ਦੇ ਅਰਦਾਸ ਕਰਨਾ, ਲੰਮੀ ਆਯੂ ਦੇ ਲਈ ਅਰਦਾਸ ਕਰਨਾ, ਇਹ ਹੈ ਕਿ ਅਸੀਂ ਉਸ ਦੇ ਪੱਖ ਵਿੱਚ ਖੜ ਰਹੇ ਹਾਂ, ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜ ਰਹੇ ਹਾਂ। ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਕਿ ਅਸੀਂ ਫਿਰ ਗੁਰੂ ਵਾਲੀ ਚਾਲ ਨਹੀਂ ਚੱਲ ਰਹੇ ਹਾਂ। ਸਾਡਾ ਗੁਰੂ ਦੇ ਉਪਦੇਸ਼ਾਂ ਵੱਲ ਮੁੱਖ ਨਹੀਂ ਹੈ, ਕਿਉਂਕਿ ਗੁਰੂ ਤਾਂ ਭਾਈ ਲਾਲੋ ਦੇ ਨਾਲ ਖੜਦਾ ਏ। ਗੁਰੂ ਮਲਕ ਭਾਗੋ ਦੇ ਕਰਮਾਂ ਦਾ ਵਿਰੋਧ ਕਰਦਾ ਏ। ਸਾਨੂੰ ਵੀ ਅੱਜ ਮੋਦੀ ਦੁਆਰਾ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਪਏਗਾ ਅਤੇ ਕਿਸਾਨਾਂ ਦੇ ਹੱਕ ਵਿੱਚ ਖੜਨਾ ਪਏਗਾ। ਫਿਰ ਜਦੋਂ ਸੱਚ ਨੂੰ ਸਾਹਮਣੇ ਰੱਖ ਕੇ ਅਰਦਾਸ ਦੇ ਸੰਕਲਪ ਨੂੰ ਸਮਝਾਂਗੇ ਤਾਂ ਇਹ ਸਮਝ ਆਏਗੀ ਅਸਲ ਦੇ ਵਿੱਚ ਇਹ ਸਾਰਾ ਪ੍ਰਾਪੇ ਗੰਡਾ, ਇਹ ਸਾਜ਼ਿਸ਼ ਰਚੀ ਗਈ ਹੈ। ਕਿਉਂਕਿ ਸਿੱਖੀ ਦੇ ਨਾਲ, ਗੁਰਮਤਿ ਸਿਧਾਂਤਾਂ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਇਨਸਾਨ ਮੋਦੀ ਪ੍ਰਧਾਨ ਮੰਤਰੀ ਦੇ ਲਈ ਆਪਣੇ ਮੂੰਹੋਂ ਕਦੀ ਚੜ੍ਹਦੀ ਕਲਾ ਦੇ ਬੋਲ ਨਹੀਂ ਕਹਿ ਸਕੇਗਾ। ਉਸ ਦੇ ਕਰਮਾਂ ਨੂੰ ਵੇਖ ਕੇ ਅਤੇ ਕਿਸਾਨਾਂ ਦੇ ਕਤਲੇਆਮ ਨੂੰ ਵੇਖ ਕੇ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹ ਵੀ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰੀਏ। ਮੇਰੀ ਇਸ ਗੁਰਦੁਆਰਾ ਸਾਹਿਬ ਦੀਆਂ 2 ਡਿਮਾਂਡਸ ਹਨ ਜਿਹੜੀਆਂ ਕਿ ਮੈਂ ਆਰਪੀ ਸਿੰਘ ਜੀ ਅੱਗੇ ਰੱਖੀਆਂ ਹਨ ਔਰ ਉਹਨਾਂ ਨੇ ਉਹ ਮੇਰੀਆਂ ਮਨਜ਼ੂਰ ਕੀਤੀਆਂ ਹਨ। ਮੇਰੀ ਇਸ ਗੁਰਦੁਆਰਾ ਸਾਹਿਬ ਦੀਆਂ 2 ਡਿਮਾਂਡਸ ਹਨ ਜਿਹੜੀਆਂ ਕਿ ਮੈਂ ਆਰਪੀ ਸਿੰਘ ਜੀ ਅੱਗੇ ਰੱਖੀਆਂ ਹਨ ਔਰ ਉਹਨਾਂ ਨੇ ਉਹ ਮੇਰੀਆਂ ਮਨਜ਼ੂਰ ਕੀਤੀਆਂ ਹਨ। ਮੈਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਜਾਣਾ ਪੈਣਾ ਸੀ। ਉਹ ਬਾਈ ਚਾਂਸ ਇੱਥੇ ਆਏ ਨੇ, ਮੇਰੇ ਸਾਰੀ ਬੇਸਮੈਂਟ ਪਾਣੀ ਨਾਲ ਭਰੀ ਹੋਈ ਹੈ, ਬੇਸਮੈਂਟ ਨੂੰ ਮੈਂ ਠੀਕ ਕਰਨਾ ਹੈ, ਉਹਨਾਂ ਨੂੰ ਰਿਕੁਐਸਟ ਕਰਦੀ। ਦੋਸਤੋ, ਗੁਰੂ ਘਰ ਦੀ ਸੇਵਾ ਦਾ ਜੋ ਕਾਰਜ ਹੈ ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਹੈ। ਸੰਗਤ ਰੂਪ ਦੇ ਵਿੱਚ ਆ ਕੇ ਕੋਈ ਵੀ ਗੁਰੂ ਘਰ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ, ਕਿਸੇ ਨੂੰ ਵੀ ਮਨਾਹੀ ਨਹੀਂ ਹੈ। ਪਰ
ਗੁਰੂ ਘਰ ਦਾ ਕਾਰਜ ਕਰਵਾਉਣ ਬਦਲੇ ਜੇ ਕੋਈ ਆਪਣਾ ਮਨੋਰਥ ਪੂਰਾ ਕਰਵਾਉਣਾ ਚਾਹੁੰਦਾ ਏ, ਜੇ ਕੋਈ ਆਪਣੀ ਮੰਗ ਥੋਪਣੀ ਚਾਹੁੰਦਾ ਏ, ਮਨਵਾਉਣੀ ਚਾਹੁੰਦਾ ਏ, ਤਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਵੀ ਐਸੇ ਸੇਵਾ ਨੂੰ, ਐਸੇ ਯੋਗਦਾਨ ਨੂੰ ਪ੍ਰਵਾਨ ਨਹੀਂ ਕੀਤਾ ਏ, ਭਾਵੇਂ ਉਹ ਵਕਤ ਦਾ ਬਾਦਸ਼ਾਹ ਵੀ ਕਿਉਂ ਨਾ ਹੋਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਵੇਖ ਲਈਏ। ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਉਸ ਸਮੇਂ ਗੁਰੂ ਘਰ ਦੇ ਨਾਂ ਜਗੀਰ ਲਾਉਣੀ ਚਾਹੁੰਦਾ ਏ, ਤਾਂ ਕਿ ਗੁਰੂ ਘਰ ਦਾ ਪ੍ਰਬੰਧ ਜਿਹੜਾ ਏ ਉਹ ਵਧੀਆ ਤਰੀਕੇ ਨਾਲ ਚੱਲ ਸਕੇ। ਪਰ ਗੁਰੂ ਪਾਤਸ਼ਾਹ ਜੀ ਉਸ ਦੀ ਜਗੀਰ ਦੇਣ ਦੀ ਇੱਛਾ ਨੂੰ ਵੀ ਪ੍ਰਵਾਨ ਨਹੀਂ ਕਰਦੇ, ਕਿਉਂਕਿ ਉਹ ਸਾਹਮਣੇ ਦੇਖ ਰਹੇ ਨੇ ਕਿ ਹੋ ਸਕਦਾ ਏ ਬਾਅਦ ਵਿੱਚ ਬਾਦਸ਼ਾਹ ਦੇ ਪੁੱਤਰ ਆ ਕੇ ਇਹ ਹੱਕ ਜਤਾਉਣ ਕਿ ਗੁਰੂ ਘਰ ਸਾਡੀ ਜਗੀਰ ਦੇ ਨਾਲ ਚੱਲਦਾ ਏ, ਇਸ ਕਰਕੇ ਸਾਡਾ ਵਿਸ਼ੇਸ਼ ਹੱਕ ਇਸ ਗੁਰੂ ਘਰ ਤੇ ਅਧਿਕਾਰ ਹੋਣਾ ਚਾਹੀਦਾ ਏ। ਸਾਡੀ ਮੰਗ ਸਾਨੂੰ ਪਹਿਲ ਦੇਣੀ ਚਾਹੀਦੀ ਹੈ ਗੁਰੂ ਘਰ ਦੇ ਵਿੱਚ। ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਦੀ ਇੱਛਾ ਨੂੰ ਵੀ ਠੁਕਰਾ ਦਿੱਤਾ, ਜਗੀਰ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਕਿ ਇਹ ਤਾਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਗੁਰੂ ਘਰ ਦੇ ਕਾਰਜ ਚੱਲਣਗੇ, ਕਿਸੇ ਇੱਕ ਹਾਕਮ ਦੀ ਇੱਛਾ ਦੇ ਨਾਲ ਇਹ ਗੁਰੂ ਘਰ ਦੇ ਕਾਰਜ ਨਹੀਂ ਚੱਲਣਗੇ। ਫਿਰ ਇੱਥੇ ਵੀ ਸਾਨੂੰ ਇਹ ਸਮਝਣਾ ਪਏਗਾ ਕਿ ਜੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਚਰਨਬੀਰ ਸਿੰਘ ਭਾਟੀਆ ਨੇ ਆਰਪੀ ਸਿੰਘ ਕੋਲੋਂ ਗੁਰੂ ਘਰ ਦਾ ਕਾਰਜ ਕਰਵਾਉਣ ਬਦਲੇ, ਗੁਰੂ ਘਰ ਦਾ ਕੰਮ ਕਰਵਾਉਣ ਬਦਲੇ ਜੇ ਉਸ ਦੀ ਮੰਗ ਨੂੰ ਮੰਨਿਆ ਏ ਤਾਂ ਇਹ ਵੀ ਗਲਤ ਭਾਵਨਾ ਏ, ਕਿਉਂਕਿ ਗੁਰੂ ਘਰ ਦਾ ਕਾਰਜ ਕਰਵਾਉਣ ਬਦਲੇ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਨੂੰ ਪਾਸੇ ਰੱਖ ਦਿੱਤਾ ਏ, ਸੱਚ ਦੀ ਆਵਾਜ਼ ਨੂੰ ਪਾਸੇ ਰੱਖ ਦਿੱਤਾ ਏ। ਇੱਥੇ ਸਿੱਖੀ ਸਿਧਾਂਤਾਂ ਨੂੰ ਪਾਸੇ ਰੱਖ ਕੇ ਗੁਰੂ ਘਰ ਦਾ ਕਾਰਜ ਕਰਵਾਉਣ ਦੀ ਪ੍ਰਥਾ ਨਹੀਂ ਹੈ। ਇਸ ਕਰਕੇ ਚਰਨਬੀਰ ਸਿੰਘ ਭਾਟੀਆ ਜੋ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਗੁਰਦੁਆਰਾ ਸਿੰਘ ਸਭਾ ਨਾਰਾਇਣਾ ਵਿਹਾਰ ਦੇ, ਉਹਨਾਂ ਦੀਆਂ ਇਹ ਦੋਵੇਂ ਗੱਲਾਂ ਇਤਿਹਾਸ ਅਤੇ ਗੁਰਬਾਣੀ ਦੀ ਕਸਵੱਟੀ ਤੇ ਗਲਤ ਸਾਬਤ ਹੋ ਜਾਂਦੀਆਂ ਨੇ। ਸੋ ਸਾਨੂੰ ਅੱਗੇ ਵਾਸਤੇ ਇਹਨਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ। ਤਾਂ ਕਰਕੇ ਇਹਨਾਂ ਦੋ ਗੱਲਾਂ ਨੂੰ ਆਪਾਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹਨਾਂ ਨੇ ਮਾਫੀ ਮੰਗ ਲਈ ਹੈ, ਪਰ ਅੱਗੇ ਤੋਂ ਆਪਾਂ ਅਰਦਾਸ ਦੇ ਸੰਕਲਪ ਨੂੰ ਸਹੀ ਰੂਪ ਦੇ ਵਿੱਚ ਸਮਝਣਾ ਹੈ। ਹਰੇਕ ਦੀ ਅਰਦਾਸ ਗੁਰੂ ਘਰ ਦੇ ਵਿੱਚ ਹੋ ਸਕਦੀ ਹੈ, ਪਰ ਅਰਦਾਸ ਦਾ ਸਰੂਪ ਕੀ ਹੋਣਾ ਚਾਹੀਦਾ ਹੈ ਇਸ ਦੀ ਸਮਝ ਸਾਨੂੰ ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਸਾਹਮਣੇ ਹਰਨਾਕਸ਼ ਅਤੇ ਪ੍ਰਹਿਲਾਦ ਦੀ ਮਿਸਾਲ ਜ਼ਰੂਰ ਸਾਹਮਣੇ ਹੋਣੀ ਚਾਹੀਦੀ ਹੈ। ਭਾਈ ਲਾਲੋ ਦੇ ਘਰ ਦੀ ਅਤੇ ਮਲਕ ਭਾਗੋ ਦੇ ਘਰ ਦੀ ਘਟਨਾ ਜ਼ਰੂਰ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ, ਤਾਂ ਕਿ ਸਾਨੂੰ ਅੱਗੇ ਤੋਂ ਸੇਧ ਮਿਲ ਸਕੇ, ਅਸੀਂ ਸੱਚ ਦੇ ਹੱਕ ਦੇ ਵਿੱਚ ਖੜ ਸਕੀਏ। ਇੰਨੀਆਂ ਵਿਚਾਰਾਂ ਕਰਦਾ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।